ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੇਟਾ। ਅੱਜ ਦੀ ਵੀਡੀਓ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਆਪਾਂ ਅੱਜ ਦੇ ਵੀਡੀਓ ਲੈਸਨ ਦੇ ਵਿੱਚ ਕਰਨ ਜਾ ਰਹੇ ਹਾਂ 8th ਕਲਾਸ ਦੀ ਜਿਹੜਾ ਲੈਸਨ ਨੰਬਰ 4 ਆ ਉਹਦੀ ਐਕਟੀਵਿਟੀਜ਼ 1 to 4, ਜਿਹਦੇ ਵਿੱਚ ਕੁਐਸਚਨ ਆਨਸਰਸ ਵੀ ਨੇ। ਲੈਸਨ ਆਲਰੇਡੀ ਤੁਹਾਨੂੰ ਮੈਂ ਟਰਾਂਸਲੇਟ ਕਰ ਦਿੱਤਾ, ਸਾਰਾ ਸਮਝਾ ਦਿੱਤਾ ਗਾ, ਠੀਕ। ਉਹ ਜ਼ਰੂਰ ਪਹਿਲਾਂ ਐਕਟੀਵਿਟੀ ਸੋਲਵ ਕਰਨ ਤੋਂ ਪਹਿਲਾਂ ਜ਼ਰੂਰ ਵੀਡੀਓ ਦੇਖ ਲੈਣੀ ਹੈ ਅਗਰ ਤੁਸੀਂ ਨਹੀਂ ਦੇਖੀ ਬੇਟਾ, ਜਿਹਦਾ ਲਿੰਕ ਡਿਸਕ੍ਰਿਪਸ਼ਨ 'ਤੇ ਆਈ ਬਟਨ 'ਤੇ ਐਂਡ ਸਕਰੀਨ 'ਤੇ ਵੀ ਤੁਹਾਨੂੰ ਮਿਲ ਜੂਗਾ, ਤਾਂ ਕਿ ਐਕਟੀਵਿਟੀਜ਼ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਜਾਣ, ਠੀਕ ਹੈ। ਸੋ ਕਰਦੇ ਹਾਂ ਸ਼ੁਰੂ। ਲੈ ਲਓ ਆਪਣਾ ਕਾਪੀ ਪੈਨ। ਹਾਂਜੀ ਬੇਟਾ, ਦੇਖੋ ਐਕਟੀਵਿਟੀ ਨੰਬਰ 1, ਜਦੋਂ ਮੈਂ ਤੁਹਾਨੂੰ ਲੈਸਨ ਰੀਡ ਕਰਵਾਇਆ ਉਹਦੇ ਵਿੱਚ ਜਿਵੇਂ ਤੁਹਾਨੂੰ ਇਹ ਸਾਰੇ ਵਰਡਸ ਦੇ ਮੀਨਿੰਗ ਨਾਲ ਉਹਦੇ ਦੱਸੇ ਸੀ, ਇਹ ਡਿਪਾਰਟਮੈਂਟ ਵੱਲੋਂ ਸਲਾਈਡ ਆਈ ਆ। ਸੋ ਆਪਾਂ ਇੱਕ ਵਾਰ ਫਿਰ ਤੋਂ ਇਹਨੂੰ ਦੇਖ ਲੈਂਦੇ ਹਾਂ, ਹੈ ਨਾ। ਐਕਟੀਵਿਟੀ 1 ਆ ਜਿਹੜੀ ਵਰਡ ਮੀਨਿੰਗਸ ਨੇ, ਜਿਹੜੀ ਤੁਹਾਡੀ ਡਿਕਸ਼ਨਰੀ ਨੋਟਬੁੱਕ ਆ ਉੱਤੇ ਤੁਸੀਂ ਨੋਟ ਡਾਊਨ ਕਰਨੇ ਨੇ। ਓਕੇ, ਫਸਟ ਵਰਡ ਹੈ ਡਿਕੇ। ਡਿਕੇ ਕੀ ਹੈ ਇੱਥੇ ਇਸ ਲੈਸਨ ਦੇ ਵਿੱਚ ਨਾਊਨ ਦੇ ਤੌਰ 'ਤੇ ਯੂਜ਼ ਹੋਇਆ ਅਤੇ ਮੀਨਿੰਗ ਉਹਦਾ ਕੀ ਹੈ, ਗਿਰਾਵਟ ਜਾਂ ਖਰਾਬੀ। ਸੋ ਤੁਸੀਂ ਇਹਨੂੰ ਨੋਟ ਡਾਊਨ ਕਰੋ। ਨੈਕਸਟ ਵਰਡ ਹੈ ਮਟੀਰੀਅਲ। ਨਾਊਨ ਹੈ ਵੀ, ਅਤੇ ਮਟੀਰੀਅਲ ਕੀ ਹੁੰਦਾ, ਸਮੱਗਰੀ। ਓਕੇ, ਥਰਡ ਵਰਡ ਆ ਇੰਪਰੈਸ਼ਨ। ਇੰਪਰੈਸ਼ਨ ਵੀ ਨਾਊਨ ਆ, ਅਤੇ ਇਹਦਾ ਪੰਜਾਬੀ 'ਚ ਮੀਨਿੰਗ ਕੀ ਲਿਖਾਂਗੇ ਅਸੀਂ, ਪ੍ਰਭਾਵ। ਵੈਰੀ ਗੁੱਡ। ਓਕੇ, ਨੈਕਸਟ ਵਰਡ ਆ ਪਲਾਈਟ। ਇਹ ਵੀ ਨਾਊਨ ਆ। ਪਲਾਈਟ ਮੀਨਸ ਦੁਰਦਸ਼ਾ, ਬੁਰੀ ਹਾਲਤ, ਹੈ ਨਾ। ਸੋ ਹੋ ਗਿਆ ਕਲੀਅਰ। ਨੈਕਸਟ ਵਰਡ ਆ ਡਿਸਟਿੰਕਸ਼ਨ। ਇਹ ਵੀ ਨਾਊਨ ਦੇ ਤੌਰ 'ਤੇ ਯੂਜ਼ ਹੋਇਆ। ਇਹਦਾ ਮਤਲਬ ਹੁੰਦਾ ਭਿੰਨਤਾ, ਵੱਖ ਵੱਖ ਚੀਜ਼ਾਂ ਦੇ ਆਪਾਂ ਵੱਖ ਵੱਖ ਵਰਗ ਬਣਾ ਦਿੰਦੇ ਹਾਂ, ਹੈ ਨਾ। ਓਕੇ, ਨੈਕਸਟ ਵਰਡ ਆ ਇੰਟਰਨਲ। ਇੱਥੇ ਐਡਜੈਕਟਿਵ ਦੇ ਤੌਰ 'ਤੇ ਯੂਜ਼ ਹੋਇਆ ਅਤੇ ਇਹਦਾ ਮਤਲਬ ਆ ਸਦੀਵੀ, ਸਦਾ ਰਹਿਣ ਵਾਲਾ, ਹੈ ਨਾ। ਓਕੇ, ਨੈਕਸਟ ਵਰਡ ਆ ਕ੍ਰੀਏਚਰ। ਕ੍ਰੀਏਚਰ ਵੀ ਨਾਊਨ ਦੇ ਤੌਰ 'ਤੇ ਯੂਜ਼ ਹੋਇਆ, ਪ੍ਰਾਣੀ, ਜੀਵ ਜਿਹਨੂੰ ਆਪਾਂ ਕਹਿ ਸਕਦੇ ਹਾਂ, ਹੈ ਨਾ। ਓਕੇ, ਨੈਕਸਟ ਵਰਡ ਆ ਡਿਸਿਪਲ। ਡਿਸਿਪਲ ਕੀ ਆ, ਨਾਊਨ, ਸ਼ਾਗਿਰਦ। ਇਹਦਾ ਮਤਲਬ ਹੁੰਦਾ ਚੇਲਾ ਜਾਂ ਸ਼ਾਗਿਰਦ। ਡਿਸਿਪਲ ਸਪੈਲਿੰਗ ਦੇਖ ਲਓ, DISCIPLA। ਓਕੇ, ਚਲੋ ਜੀ। ਨੈਕਸਟ ਵਰਡ ਆ ਰੇਨਬੋ। ਰੇਨਬੋ ਕੀ ਹੁੰਦੀ ਹੈ, ਸਤਰੰਗੀ ਪੀਂਘ। ਇਹ ਵੀ ਨਾਊਨ ਆ। ਨੈਕਸਟ ਵਰਡ ਸਰਮਨਸ, ਉਪਦੇਸ਼। ਇਹ ਵੀ ਨਾਊਨ ਆ। ਐਸੈਂਸ। ਐਸੈਂਸ ਵੀ ਨਾਊਨ ਆ, ਜਿਹਦਾ ਮਤਲਬ ਹੈ ਨਿਚੋੜ ਜਾਂ ਸਾਰ ਕਿਸੇ ਚੀਜ਼ ਦਾ, ਹੈ ਨਾ। ਕੋਈ ਸਾਰੀ ਕਹਾਣੀ ਦਾ ਆਪਾਂ ਨਿਚੋੜ ਕੱਢਦੇ ਹਾਂ, ਉਹਦੇ ਲਈ ਯੂਜ਼ ਕਰਾਂਗੇ। ਓਕੇ, ਸਟਰੈਸ। ਸਟਰੈਸ ਵੀ ਨਾਊਨ ਆ। ਸਟਰੈਸ ਦਾ ਮਤਲਬ ਤਣਾਅ ਜਾਂ ਪਰੇਸ਼ਾਨੀ। ਨੈਕਸਟ ਵਰਡ ਆ ਸਪਿਰਿਚੁਅਲ। ਐਡਜੈਕਟਿਵ ਆ, ਜਿਹਦਾ ਮਤਲਬ ਹੁੰਦਾ ਰੂਹਾਨੀ ਜਾਂ ਅਧਿਆਤਮਿਕ, ਆਤਮਾ ਨਾਲ ਸੰਬੰਧਿਤ ਜਿਹੜੇ ਵਿਸ਼ੇ ਨੇ, ਠੀਕ ਹੈ। ਨੈਕਸਟ ਹੈ ਹੰਬਲ। ਹੰਬਲ ਵੀ ਐਡਜੈਕਟਿਵ ਦੇ ਤੌਰ 'ਤੇ ਯੂਜ਼ ਹੋਇਆ। ਹੰਬਲ ਦਾ ਮਤਲਬ ਹੁੰਦਾ ਨਿਮਰ। ਸੋ ਇਹ ਸਾਰੇ ਵਰਡਸ ਤੁਸੀਂ ਨੋਟ ਡਾਊਨ ਕਰ ਲੈਣੇ ਨੇ ਔਰ ਇਹਨਾਂ ਨੂੰ ਯਾਦ ਕਰ ਲੈਣਾ। ਸਪੈਲਿੰਗਾਂ ਵੱਲ ਜ਼ਰੂਰ ਧਿਆਨ ਦੇਣਾ ਗਾ, ਠੀਕ। ਇਹ ਹੋ ਗਈ ਤੁਹਾਡੀ ਐਕਟੀਵਿਟੀ ਨੰਬਰ 1। ਹੁਣ ਐਕਟੀਵਿਟੀ ਨੰਬਰ 2, ਪੋਸਟ ਰੀਡਿੰਗ। ਕਾਹਦੇ ਲਈ ਆ, ਵੋਕੈਬਲਰੀ ਐਕਸਪੈਂਸ਼ਨ ਲਈ, ਜਿਹਦੇ ਵਿੱਚ ਅਸੀਂ ਅੱਜ ਕਰ ਰਹੇ ਹਾਂ ਗ੍ਰਾਮਰ ਦਾ ਟੌਪਿਕ ਆ ਪ੍ਰੀਫਿਕਸਿਸ ਐਂਡ ਸਫਿਕਸਿਸ। ਪ੍ਰੀਫਿਕਸਿਸ ਕੀ ਹੁੰਦੇ ਨੇ ਬੇਟਾ, ਜਿੱਦਾਂ ਅਸੀਂ ਪੰਜਾਬੀ 'ਚ ਪੜ੍ਹਦੇ ਆ ਅਗੇਤਰ ਪਿਛੇਤਰ। ਜਿਹੜਾ ਸ਼ਬਦ ਅੱਗੇ ਲੱਗਦਾ ਰੂਟ ਵਰਡ ਦੇ ਉਹਨੂੰ ਕਹਿੰਦੇ ਪ੍ਰੀਫਿਕਸ, ਜਿਹੜਾ ਪਿੱਛੇ ਲੱਗਦਾ ਉਹਨੂੰ ਕਹਿੰਦੇ ਸਫਿਕਸਿਸ, ਠੀਕ ਹੈ। ਅਤੇ ਜਨਰਲੀ ਆਪਾਂ ਨੂੰ ਦਿੱਤੇ ਹੋਏ ਨੇ ਪ੍ਰੀਫਿਕਸਿਸ ਕਿਹੜੇ ਕਿਹੜੇ ਹੁੰਦੇ ਨੇ, ਡਿਸ, ਅਨ, ਐਮ, ਇਨ, ਮਿਸ। ਇਹ ਜਨਰਲੀ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ, ਅਤੇ ਜਦੋਂ ਕਿਸੇ ਵਰਡ ਦੇ ਅੱਗੇ ਲੱਗ ਜਾਂਦੇ ਨੇ ਤਾਂ ਉਹਦਾ ਮੀਨਿੰਗ ਆ ਬਿਲਕੁਲ ਉਲਟਾ ਕੇ ਰੱਖ ਦਿੰਦੇ ਨੇ, ਆਪੋਜਿਟ ਮੀਨਿੰਗ ਹੋ ਜਾਂਦਾ ਉਹਦਾ। ਜਿੱਦਾਂ ਓਨੈਸਟ, ਇਮਾਨਦਾਰ ਹੁੰਦਾ, ਜਦੋਂ ਡਿਸ ਲੱਗ ਗਿਆ ਉਹਦੇ ਮੂਹਰੇ ਤਾਂ ਉਹ ਡਿਸਓਨੈਸਟ ਬਣ ਗਿਆ। ਡਿਸਓਨੈਸਟ ਮੀਨਸ ਬੇਈਮਾਨ ਹੋ ਗਿਆ। ਪਿਓਰ ਮੀਨਸ ਸ਼ੁੱਧ, ਜਦੋਂ ਉਹਦੇ ਮੂਹਰੇ ਐਮ ਲੱਗ ਗਿਆ ਤਾਂ ਇੰਪਿਓਰ, ਅਸ਼ੁੱਧ ਹੋ ਗਿਆ। ਇਸੇ ਤਰੀਕੇ ਪੋਸੀਬਲ, ਪੋਸੀਬਲ ਮੀਨਸ ਸੰਭਵ, ਜਦੋਂ ਐਮ ਲੱਗ ਗਿਆ ਉਹਦੇ ਮੂਹਰੇ ਤਾਂ ਇੰਪੋਸੀਬਲ, ਅਸੰਭਵ ਬਣ ਗਿਆ, ਠੀਕ ਹੈ। ਇਸੇ ਤਰੀਕੇ ਨਾਲ ਕੁਝ ਸਫਿਕਸਿਸ ਨੇ ਜਿਹੜੇ ਕਾਮਨਲੀ ਯੂਜ਼ ਹੁੰਦੇ ਆ, ਜਿੱਦਾਂ ER, OR, IAN, IST, ਠੀਕ ਆ। ਇਹ ਕੀ ਦੱਸਦੇ ਨੇ ਸਾਨੂੰ, ਅ ਪਰਸਨ ਹੂ ਪਰਫੋਰਮ ਐਨ ਐਕਸ਼ਨ ਡਜ਼ ਸਮਥਿੰਗ। ਉਹ ਉਸ ਬੰਦੇ ਬਾਰੇ ਦੱਸਦੇ ਆ ਜਿਹੜਾ ਕੋਈ ਐਕਸ਼ਨ ਕਰ ਰਿਹਾ ਹੈਗਾ।
ਜਿੱਦਾਂ ਹੁਣ ਇੱਥੇ ਕੌਬਲਰ ਲਿਖਿਆ ਹੋਇਆ ਹੈ ਨਾ। ਕੌਬਲਰ ਕੌਣ ਹੁੰਦਾ ਗਾ? ਜਿਹੜਾ ਜੁੱਤਿਆਂ ਨੂੰ ਗੰਢਦਾ। ER ਲੱਗ ਕੇ ਤਾਂ ਫਿਰ ਆਪਾਂ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਮੋਚੀ। ਜਿੱਦਾਂ ਹਿਸਟੋਰੀਅਨ ਹੈ ਨਾ, ਜਿਹੜਾ ਹਿਸਟਰੀ ਹੁੰਦਾ, ਇਤਿਹਾਸ ਜਿਹੜਾ ਹਿਸਟਰੀ ਬਾਰੇ ਪੜ੍ਹਦਾ ਗਾ, ਰਿਸਰਚ ਕਰਦਾ, ਕੋਈ ਉਹਦੇ ਬਾਰੇ ਕੋਈ ਖੋਜਬੀਨ ਕਰਦਾ, ਉਹਨੂੰ ਹਿਸਟੋਰੀਅਨ ਕਹਿੰਦੇ ਆ। ਸੋ ਇਸ ਤਰੀਕੇ ਨਾਲ ਇਹ ਜਨਰਲ ਤੁਹਾਨੂੰ ਤੁਹਾਡੀ ਬੁੱਕ 'ਤੇ ਸਮਝਾਇਆ ਗਿਆ ਗਾ। ਹੁਣ ਇੱਕ ਚਾਰਟ ਦੇਖੋ, ਇੱਕ ਚਾਰਟ ਆ ਪ੍ਰੀਫਿਕਸਿਸ ਅਤੇ ਸਫਿਕਸਿਸ ਦਾ, ਜਿਹੜਾ ਬੜਾ ਸੋਹਣਾ ਜਿਹਾ ਬਣਾਇਆ ਹੋਇਆ, ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤਾਂ ਕਿ ਤੁਸੀਂ ਵੀ ਇਸ ਤਰੀਕੇ ਦਾ ਚਾਰਟ ਬਣਾ ਕੇ ਆਪਣੀ ਕਲਾਸ ਦੇ ਵਿੱਚ ਲਗਾ ਸਕੋ। ਦੇਖੋ ਕਿੰਨਾ ਸੋਹਣਾ ਉਹਨਾਂ ਨੇ ਬਣਾਇਆ। ਗੱਭੇ ਰੂਟ ਵਰਡ ਆ, ਠੀਕ ਆ, ਉਹਦੇ ਅੱਗੇ ਪ੍ਰੀਫਿਕਸ, ਪਿੱਛੇ ਸਫਿਕਸ, ਠੀਕ। ਅਤੇ ਇੱਧਰ ਕੁਝ ਕਾਮਨ ਨੇ ਜਿਹੜੇ ਪ੍ਰੀਫਿਕਸਿਸ ਦਿੱਤੇ ਹੋਏ ਨੇ, ਦੂਸਰੀ ਸਾਈਡ 'ਤੇ ਸਫਿਕਸਿਸ ਦਿੱਤੇ ਹੋਏ ਨੇ ਕਾਮਨਲੀ ਜਿਹੜੇ ਯੂਜ਼ ਹੁੰਦੇ ਨੇ, ਅਤੇ ਉਹਨਾਂ ਦੇ ਨਾਲ ਮੀਨਿੰਗ ਵੀ ਲਿਖਿਆ ਹੋਇਆ। ਜਿੱਦਾਂ ਰੀ ਦਾ ਮਤਲਬ ਅਗੇਨ, ਦੁਬਾਰਾ ਤੋਂ, ਅਨ ਦਾ ਮਤਲਬ ਨੋਟ, ਪ੍ਰੀ ਦਾ ਮਤਲਬ ਬਿਫੋਰ, ਮਿਸ ਦਾ ਮਤਲਬ ਜਿੱਥੇ ਵੀ ਮਿਸ ਲੱਗਾ ਰੋਂਗ, ਡਿਸ ਦਾ ਮਤਲਬ ਵੀ ਨੋਟ, ਨੌਨ ਦਾ ਮਤਲਬ ਵੀ ਨੋਟ, ਹੈ ਨਾ। ਸੋ ਇਸ ਤਰੀਕੇ ਨਾਲ ਇਹ ਜਿੱਥੇ ਵੀ ਇਹ ਲੱਗਣਗੇ ਅਤੇ ਤੁਸੀਂ ਇਹਨਾਂ ਦਾ ਮੀਨਿੰਗ ਸਮਝ ਲੈਣਾ ਵੀ ਕੀ ਆ ਨਾਲ ਦਿੱਤਾ ਹੋਇਆ। ਹੁਣ ਆਪਾਂ ਦੇਖਦੇ ਹਾਂ ਤੁਹਾਡੀ ਐਕਟੀਵਿਟੀ। ਇਹ ਆ ਤੁਹਾਡੀ ਐਕਟੀਵਿਟੀ ਨੰਬਰ 2 ਬੇਟਾ। ਇੱਥੇ ਤੁਹਾਨੂੰ ਇਹੀ ਕਿਹਾ, ਐਡ ਦਾ ਰਾਈਟ ਪ੍ਰੀਫਿਕਸ ਔਰ ਸਫਿਕਸ ਦਾ ਫੋਲੋਇੰਗ ਵਰਡਸ। ਤੁਸੀਂ ਕਹਿੰਦੇ ਜਿਹੜੇ ਵਰਡ ਦਿੱਤੇ ਹੋਏ ਨੇ ਤੁਹਾਨੂੰ ਜਿਹੜਾ ਸੂਟੇਬਲ ਲੱਗਦਾ ਗਾ, ਚਾਹੇ ਪ੍ਰੀਫਿਕਸ ਲਗਾਓ ਚਾਹੇ ਸਫਿਕਸ ਲਗਾਓ, ਹੈ ਨਾ, ਤਾਂ ਕਿ ਉਹਦਾ ਇੱਕ ਨਵਾਂ ਸ਼ਬਦ ਬਣ ਜਾਵੇ ਜਿਹਦਾ ਅਰਥ ਇਸ ਸ਼ਬਦ ਨਾਲੋਂ ਬਿਲਕੁਲ ਭਿੰਨ ਹੋਵੇ, ਹੈ ਨਾ। ਸੋ ਹੁਣ ਆਪਾਂ ਨੇ ਕੋਲੇ ਕਿੰਨੇ ਵਰਡ ਨੇ? 20 ਵਰਡਸ ਦਿੱਤੇ ਹੋਏ ਨੇ ਬੇਟਾ। ਚਲੋ ਹੁਣ ਆਪਾਂ ਇਹ 20 ਵਰਡਸ ਨੂੰ ਦੇਖਦੇ ਹਾਂ। ਇੱਕ ਨਹੀਂ ਬਣਦਾ, ਕਈ ਬਣ ਸਕਦੇ ਨੇ, ਜਿਹੜਾ ਤੁਸੀਂ ਮਰਜ਼ੀ ਬਣਾ ਸਕਦੇ ਹੋ, ਹੈ ਨਾ। ਲਓ ਜੀ, ਹੁਣ ਪਹਿਲਾ ਐਕਟ। ਐਕਟ ਬਾਈ ਕੀ ਹੁੰਦਾ ਗਾ? ਕਾਰਵਾਈ। OR ਲਾਤਾ ਪਿੱਛੇ ਤਾਂ ਕੀ ਬਣ ਗਿਆ? ਐਕਟਰ, ਕਾਰਵਾਈ ਕਰਨ ਵਾਲਾ। ਇਸ ਤਰੀਕੇ ਨਾਲ ਹੋ ਗਿਆ ਪੌਟ। ਪੌਟ ਕੀ ਹੁੰਦਾ ਗਾ ਪੁੱਤ? ਘੜਾ, ਘੜੇ ਨੂੰ ਬਣਾਉਣ ਵਾਲਾ। ਤਾਂ POTTER, ਪੌਟਰ। ਪੌਟਰ ਮੀਨਸ ਕੀ ਹੋ ਗਿਆ ਫਿਰ? ਘੁਮਿਆਰ, ਘੜਾ ਬਣਾਉਣ ਵਾਲਾ, ਹੈ ਨਾ। ਇਸ ਤਰੀਕੇ ਨਾਲ ਅੱਗੇ ਆ ਗਿਆ ਰਨ। ਰਨ ਦੌੜਨਾ, ਅਤੇ ਦੌੜਨ ਵਾਲਾ ਫਿਰ ਕੀ ਬਣ ਗਿਆ? ਰਨਰ। ਇਹਦੇ 'ਚ ਵੀ ਐਨ ਆ ਜਿਹੜੀ ਮਗਰਲੀ ਉਹ ਡਬਲ ਹੋ ਜਾਣੀ ਹੈ, RUNNER। ਪੌਟਰ 'ਚ ਵੀ T ਆ ਜਿਹੜੀ ਉਹ ਡਬਲ ਹੋ ਗਈ, ਪੌਟਰ ਡਬਲ T ਕਰਕੇ ਪਾਉਣਾ, ਠੀਕ ਹੈ। ਓਕੇ, ਅੱਗੇ ਆ ਗਿਆ ਬੈਂਡ। ਬੈਂਡ ਮੈਨੇ ਹੁੰਦਾ ਆਪਣਾ ਮਾਲ ਵੇਚਣਾ, ਹੈ ਨਾ। ਸੋ ਫਿਰ ਮਾਲ ਵੇਚਦੇ ਨੇ ਜਿਹੜਾ ਹੋਕਾ ਦੇ ਕੇ ਗਲੀਆਂ 'ਚ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬੈਂਡਰ, ER ਲਾਤਾ, ਠੀਕ। ਪੇਂਟ ਕੀ ਹੁੰਦਾ? ਰੰਗ, ਰੰਗ ਕਰਨ ਵਾਲਾ, ਪੇਂਟਰ। ਇਹਦੇ ਮਗਰ ਵੀ ਅਸੀਂ ER ਜੋੜਿਆ। ਨੈਕਸਟ ਵਰਡ ਆ ਗਿਆ ਹੈਪਨਿੰਗ। ਹੈਪਨਿੰਗ ਹੁੰਦਾ ਬੇਟਾ, ਇਹ ਨਾਊਨ ਆ, ਅ ਥਿੰਗ ਦੈਟ ਹੈਪਨ ਜਾਂ ਈਵੈਂਟ ਦੈਟ ਇਜ਼ ਯੂਜੂਅਲੀ ਸਟਰੇਂਜ ਔਰ ਡਿਫੀਕਲਟ ਟੂ ਐਕਸਪਲੇਨ, ਹੈ ਨਾ। ਮਤਲਬ ਅਜਿਹੀ ਘਟਨਾ ਕੋਈ ਜਿਹੜੀ ਬਹੁਤ ਸਟਰੇਂਜ ਆ, ਜਿਹਨੂੰ ਐਕਸਪਲੇਨ ਕਰਨਾ ਮੁਸ਼ਕਿਲ ਆ, ਉਹਨੂੰ ਆਪਾਂ ਹੈਪਨਿੰਗ ਕਹਿੰਦੇ ਹਾਂ। ਪਰ ਜਦੋਂ ਇਹਦੇ ਮੂਹਰੇ ਅਸੀਂ MIS, ਮਿਸ ਲਗਾ ਤਾਂ ਮਿਸ ਹੈਪਨਿੰਗ, ਅਣਹੋਣੀ ਜਿਹਨੂੰ ਕਹਿੰਦੇ ਆ, ਤਾਂ ਫਿਰ ਮਿਸ ਲਗਾ ਕੇ ਮੀਨਸ ਉਹ ਬੁਰੀ ਘਟਨਾ, ਰੋਂਗ। ਮਿਸ ਦਾ ਮਤਲਬ ਹੁੰਦਾ ਮੀਨਸ ਕੋਈ ਬੁਰੀ ਘਟਨਾ ਜਿਹੜੀ ਘਟਣ ਜਾ ਰਹੀ ਹੈ ਨਾ। ਓਕੇ, ਨੈਕਸਟ ਵਰਡ ਆ ਕਰੈਕਟ। ਕਰੈਕਟ ਮੈਨੇ ਹੁੰਦਾ ਸਹੀ। ਜਦੋਂ ਅਸੀਂ ਉਹਦੇ ਮੂਹਰੇ ਇਨ ਲਾਤਾ, ਇਨਕਰੈਕਟ ਮੀਨਸ ਗਲਤ। ਪੋਸੀਬਲ ਮੀਨਸ ਸੰਭਵ, ਇਮ ਲਗਾਤਾ ਉਹਦੇ ਮੂਹਰੇ, ਇੰਪੋਸੀਬਲ ਬਣ ਗਿਆ। ਨੈਕਸਟ ਵਰਡ ਆ ਗਿਆ ਰੀਡ। ਰੀਡ ਮੈਨੇ ਪੜ੍ਹਨਾ, ਰੀਡੇਬਲ, ABLE ਲਗਾਇਆ, ਏਬਲ ਲਗਾਇਆ, ਮਗਰ ਰੀਡੇਬਲ ਮੀਨਸ ਪੜ੍ਹਨ ਯੋਗ। ਓਕੇ, ਅਨਰੀਡ ਵੀ ਕਹਿ ਸਕਦੇ ਹਾਂ, UN ਵੀ ਲਗਾ ਸਕਦੇ ਹਾਂ ਮੂਹਰੇ, ਅਨਰੀਡ, ਅਨਰੀਡ, ਹੈ ਨਾ। ਪੇਡ, ਪੇਡ ਮੀਨਸ ਆਪਾਂ ਬਿੱਲ ਪੇ ਕਰਤਾ। ਜਦੋਂ ਆਪਾਂ ਕਿਤੇ ਬਿੱਲ ਪੇ ਕਰਦੇ ਹਾਂ, ਪੇਡ ਦੀ ਮੋਹਰ ਲਗਾਉਂਦੇ ਹਾਂ ਨਾ, ਵੀ ਤੁਸੀਂ ਪੈਸੇ ਦੇ ਦਿੱਤੇ। ਅਨ ਲਗਾਤਾ ਤਾਂ ਅਨਪੇਡ ਮੀਨਸ ਹਜੇ ਤੱਕ ਤੁਸੀਂ ਪੇ ਨਹੀਂ ਕੀਤਾ, ਪੈਸੇ ਨਹੀਂ ਦਿੱਤੇ, ਤੁਹਾਡਾ ਬਿੱਲ ਆ ਜਿਹੜਾ ਅਨਪੇਡ ਹੈ। ਸੋ ਇਹ ਹੋ ਗਿਆ। ਹੁਣ ਅਗਲੇ ਨੈਕਸਟ ਸੀਨ। ਸੀਨ ਕੀ ਹੁੰਦਾ? ਦ੍ਰਿਸ਼, ਹੈ ਨਾ। ਸੋ ਸੀਨਰੀ ਬਣ ਗਿਆ ਇਹ ਤੋਂ ਵਰਡ। ਮਿਊਜ਼ਿਕ, ਮਿਊਜ਼ਿਕ ਸੰਗੀਤ ਆ, ਤਾਂ ਮਿਊਜੀਸ਼ੀਅਨ ਬਣ ਗਿਆ, ਸੰਗੀਤਕਾਰ ਬਣ ਗਿਆ, ਹੈ ਨਾ। ਹੁਣ ਮਿਊਜ਼ਿਕ ਦੇ ਮਗਰ ਕੀ ਲਗਾਇਆ? ਸੀ ਤੋਂ ਬਾਅਦ IAN, ਧਿਆਨ ਦੇਣਾ। ਓਕੇ, ਨੈਕਸਟ ਵਰਡ ਆ ਸਕਲਪਟ, ਮੀਨਸ ਘੜਨਾ, ਹੈ ਨਾ। ਹੁਣ ਜਦੋਂ ਇਹਦੇ ਮਗਰ T ਤੋਂ ਬਾਅਦ URE ਲਾਤਾ ਤਾਂ ਫਿਰ ਕੀ ਬਣ ਗਿਆ? ਬੁੱਤ ਘਾੜਾ, ਜਿਹਨੂੰ ਆਪਾਂ ਕਹਿੰਦੇ ਹਾਂ ਸਕਲਪਚਰ। ਓਕੇ, ਨੈਕਸਟ ਵਰਡ ਆ ਰਿਪੋਰਟ। ਰਿਪੋਰਟ ਮੀਨਸ ਰਿਪੋਰਟ ਹੁੰਦਾ ਰਿਪੋਰਟਰ, ਰਿਪੋਰਟ ਕਰਨ ਵਾਲਾ, ਹੈ ਨਾ। ER ਲੱਗ ਗਿਆ। ਅੱਗੇ ਆ ਗਿਆ ਇਲੈਕਟ੍ਰਿਕ। ਇਲੈਕਟ੍ਰਿਕ ਜਿੱਦਾਂ ਆਪਾਂ ਕਹਿੰਦੇ ਹਾਂ ਕੋਈ ਬਿਜਲੀ ਵਾਲਾ ਕੰਮ, ਹੈ ਨਾ। ਅਤੇ ਇਲੈਕਟ੍ਰੀਸ਼ੀਅਨ ਜਿਹੜਾ ਬਿਜਲੀ ਦਾ ਕੰਮ ਕਰਦਾ ਹੈਗਾ, ਇਹਦੇ ਮਗਰ ਵੀ ਅਸੀਂ IAN ਲਗਾਇਆ। ਨੈਕਸਟ ਆ ਕੰਪਲੀਟ। ਕੰਪਲੀਟ ਦਾ ਇਨ ਲਗਾਤਾ ਮੂਹਰੇ, ਇਨਕੰਪਲੀਟ। ਕੰਪਲੀਟ ਮੀਨਸ ਪੂਰਾ, ਇਨਕੰਪਲੀਟ ਅਧੂਰਾ। ਓਕੇ, ਪੇਸ਼ੈਂਟ
मीनस सबर वाला। इंपेशेंट मीनस असंतोखी, जिन्होंने कहने आप जिस सबर नहीं है, बेसबरा। लॉयल की हुंदा वफादार, है ना। तो फिर डिसलॉयल जिहड़ा वफादार नहीं हैगा। अपीयर मीनस प्रगट होना, डिस लगाना मूरे डिसअपीयर अदृश्य हो जाना। प्लेस हुंदा थां, मिसप्लेस भी उन्होंने आपां गुमा देना। ठीक, सो बिल्कुल डिफरेंट मीनिंग्स बन गए। 20 ਦੇ 20 वर्ड्स असीं कर लए ने। सो हुण अगे चलते हैं अगली एक्टिविटी। एक्टिविटी नंबर 3 बेटा, लर्निंग टू रीड एंड कंप्रीहेंड। ਇਹਦੇ ਵਿੱਚ ਕੀ ਨੇ, क्वेश्चन आंसर्स ने। ਸਾਨੂੰ क्वेश्चन ਦਿੱਤਾ, ਅਸੀਂ ਉਹਦਾ आंसर लिखना लैसन ਦੇ बेस ਤੇ। सो फर्स्ट क्वेश्चन की है, वैन एंड वेयर वाज रविदास बोर्न। वैन मैंने कदों, वेयर मैंने कित्थे, कदों ते कित्थे रविदास जी का जन्म होया। सो तुसीं आंसर लिखोगे, सेंट रविदास वाज बॉर्न इन 1377 इन बनारस। ठीक है। सेकेंड क्वेश्चन, वाट डिड सेंट रविदास पेरेंट वांट। संत रविदास दे माता पिता की चाहुंदे सी, की चाहुंदे सी, उन्होंने एजुकेट करना चाहुंदे सी, पढ़ाउणा चाहुंदे सी। फिर आपां लिखांगे, हिज पेरेंट्स वांटेड हिम टू बी एजुकेटेड। ठीक है। क्वेश्चन नंबर 3, वाई कुड रविदास नॉट कंटिन्यू विद हिज स्टडीज़। वाई मैंने हुंदा क्यों, रविदास क्यों अपनी जिहड़ी पढ़ाई सी उन्होंने जारी ना रख सकिया। आंसर की है, देखो, संत रविदास वाज नॉट ट्रीटेड वैल इन स्कूल। संत रविदास जी नूं स्कूल दे विच वधिया तरीके नाल उहदे नाल व्यवहार नहीं किया गया। ही कुड नॉट कंटिन्यू हिज स्टडीज़ इन सच एन अनफ्रेंडली एटमोसफीयर। इस ਜਿਹੜਾ ਉਹਨਾਂ ਦਾ ਆਪਾਂ ਕਹਾਂਗੇ ਅਨਫਰੈਂਡਲੀ ਮੀਨਸ ਦੋਸਤਾਨਾ ਨਹੀਂ ਸੀਗਾ ਮਾਹੌਲ, ਉਸ ਅਜਿਹੇ ਵਾਤਾਵਰਨ ਦੇ ਵਿੱਚ ਉਹ ਆਪਣੀ ਸਟੱਡੀ ਸੀ ਜਿਹੜੀ ਕੰਪਲੀਟ ਨਹੀਂ ਕਰ ਸਕੇ। ਇਹ ਆਇਆ ਹੈ ਨਾ। ਹੁਣ ਤੁਸੀਂ ਇਹਨੂੰ ਇੱਕ ਇੱਦਾਂ, ਮੈਂ ਇੱਕ ਬੋਲਡ ਅੱਖਰਾਂ 'ਚ ਹੋਰ ਲਿਖਿਆ, ਹੀ ਕੁਡ ਨਾਟ ਕੰਟੀਨਿਊ, ਜਾਂ ਰਵਿਦਾਸ ਕੁਡ ਵੀ ਉੱਥੇ ਪਿਆ ਕੁਐਸਚਨ ਦੇ ਵਿੱਚ ਹੀ, ਰਵਿਦਾਸ ਤੋਂ ਬਾਅਦ ਪਿੱਛੇ ਲੈ ਜਾਓ ਕੁਡ, ਰਵਿਦਾਸ ਕੁਡ ਨਾਟ ਕੰਟੀਨਿਊ ਬਿਕਾਊਜ਼ ਦ ਸਕੂਲ ਇਨਵਾਇਰਮੈਂਟ ਵਾਜ਼ ਅਨਫਰੈਂਡਲੀ। ਇਹ ਚਾਹੋ ਤੁਸੀਂ ਇੱਦਾਂ ਆਨਸਰ ਚਾਹੋ ਇੱਦਾਂ ਵੀ ਲਿਖ ਸਕਦੇ ਹੋ, ਉਹ ਯਾਦ ਕਰ ਸਕਦੇ ਹੋ, 2 ਸੈਂਟੈਂਸ ਉਹ ਲਿਖ ਸਕਦੇ ਹੋ, ਉਹ ਵੀ ਸਹੀ ਆ। ਓਕੇ, ਅੱਗੇ ਨੈਕਸਟ ਕੁਐਸਚਨ ਆ, ਵਾਟ ਡਿਡ ਹੀ ਅੰਡਰਸਟੈਂਡ ਐਟ ਸਕੂਲ। ਸਕੂਲ ਦੇ ਵਿੱਚ ਉਹਨਾਂ ਨੇ ਕਿਹੜੀ ਚੀਜ਼ ਨੂੰ ਸਮਝਿਆ, ਕਿਹੜੀ ਚੀਜ਼ ਨੂੰ ਸਮਝਿਆ ਸੀ, ਕਾਸਟ ਸਿਸਟਮ, ਜਦੋਂ ਉਹਨਾਂ ਨਾਲ ਉੱਥੇ ਵਿਤਕਰਾ ਹੋਇਆ ਹੈ ਨਾ। ਸੋ ਫਿਰ ਕੀ ਆਨਸਰ ਲਿਖਾਂਗੇ, ਹੀ ਅੰਡਰਸਟੂਡ ਦ ਇਲਸ ऑफ सोसाइटी। दोबारा फिर, ही अंडरस्टूड द इल्स ऑफ द सोसाइटी स्पैशली द कास्ट सिस्टम। उन्होंने समाज दीयां जिहड़ियां बुराइयां सी उन्हां नूं उत्थे समझिया, खास करके जाति प्रथा बारे, क्योंकि उन्हां नाल जाति दे भेदभाव हुंदा सी जाति दे बेस ते, है ना। वट वाज रविदास इन सर्च ऑफ एंड वाई। हाँ, क्वेश्चन की पूछा गया, रविदास जी किस चीज़ की भाल च सी, बाय क्यों। ही वाज इन सर्च ऑफ अ स्पिरिचुअल टीचर। वो एक अध्यात्मक गुरु की तलाश विच सन, क्यों सी, हू कुड शो हिम द राइट पाथ, जिहड़ा कि उन्हां नूं सही रस्ता दिखावे। सो ये हो गया क्वेश्चन नंबर 5। ओके, क्वेश्चन नंबर 6, वट डिड स्वामी रामानंद डू फॉर रविदास। स्वामी रामानंद रविदास जी के गुरु जी सी ना, उन्होंने गुरु धारिया सी। हुण क्वेश्चन की है भी उन्होंने लई की कीता, स्वामी रामानंद ने रविदास जी लई की कीता, ये क्वेश्चन पूछा जा रहा। ओके, हुण की आंसर लिखांगे, थ्रू हिज लैक्चर्स स्वामी रामानंद मेड संत रविदास अंडरस्टैंड द ट्रू मीनिंग ऑफ लाइफ। उन्होंने अपने लैक्चरां द्वारा जो उन्होंने समझाया, ਉਹਦੇ ਦੁਆਰਾ स्वामी ਜਿਹੜੇ रामानंद सी उन्होंने संत रविदास ਨੂੰ ਜ਼ਿੰਦਗੀ ਦਾ असली मतलब समझाया। हो गया क्लीयर। ओके, नेक्स्ट क्वेश्चन है क्वेश्चन नंबर 7, when did स्वामी रामानंद ask रविदास to go back home। when means कदों, कदों स्वामी रामानंद ने रविदास ਨੂੰ घर वापस जाने ਲਈ ਕਿਹਾ। ਇਹ क्वेश्चन है, कदों ਕਿਹਾ। when स्वामी जी was satisfied with रविदास जी's learning, he asked रविदास जी to go back home।
ਹੁਣ ਦੇਖੋ ਤੁਸੀਂ ਇਸ ਕੁਐਸਚਨ ਨੂੰ ਅਗਰ ਇੱਥੇ ਤੱਕ ਵੀ ਲਿਖ ਦੋ, ਲਰਨਿੰਗ ਤੱਕ ਵੀ ਲਿਖ ਦੋ, ਤਦ ਵੀ ਸਹੀ ਹੈ ਬੇਟਾ। ਵੈਨ ਸਵਾਮੀ ਜੀ ਵਾਜ ਸੈਟਿਸਫਾਈਡ ਵਿਦ ਰਵਿਦਾਸ ਜੀ's ਲਰਨਿੰਗ। ਓਕੇ, ਅਗਰ ਤੁਸੀਂ ਇਹ ਵਾਲਾ ਲਿਖੋ ਹੀ ਆਸਕਿਡ, ਉਹ ਤਾਂ ਪਿਆ ਹੀ ਆ ਉੱਪਰ, ਹੀ ਲਿਖ ਕੇ ਆਸਕਿਡ, ਆਸਕ ਦੇ ਨਾਲ ਈਡੀ ਲਗਾਤੀ, ਰਵਿਦਾਸ ਜੀ ਟੂ ਗੋ ਬੈਕ ਹੋਮ, ਉੱਥੇ ਉੱਪਰ ਪਿਆ ਕੁਐਸਚਨ। ਠੀਕ ਹੈ, ਇੱਥੇ ਤੱਕ ਲਰਨਿੰਗ ਤੱਕ ਵੀ ਲਿਖੋਗੇ ਤਦ ਵੀ ਸਹੀ ਹੈ ਬੇਟਾ। ਨੈਕਸਟ ਕੁਐਸਚਨ, ਵਟ place did Sant Ravidas use for his meditation? ਸੰਤ ਰਵਿਦਾਸ ਜੀ ਨੇ ਮੈਡੀਟੇਸ਼ਨ ਲਈ ਕਿਹੜੀ ਜਗ੍ਹਾ ਚੂਜ਼ ਕੀਤੀ? ਫੋਰੈਸਟ ਦੇ ਵਿੱਚ ਇੱਕ ਪੀਸਫੁਲ ਜਗ੍ਹਾ ਸਿਲੈਕਟ ਕੀਤੀ ਸੀ। ਸੋ ਆਨਸਰ ਲਿਖਾਂਗੇ ਅਸੀਂ ਹੀ ਹਿਊਜ਼। ਹੀ ਦੀ ਜਗ੍ਹਾ ਤੁਸੀਂ ਸੰਤ ਰਵਿਦਾਸ ਵੀ ਲਿਖ ਸਕਦੇ ਹੋ। ਸੰਤ ਰਵਿਦਾਸ ਹਿਊਜ਼ ਆ ਪੀਸਫੁਲ ਏਰੀਆ ਇਨ ਆ ਫੋਰੈਸਟ। ਸੋ ਕੁਐਸਚਨ ਨੰਬਰ 8 ਹੋ ਗਿਆ। ਓਕੇ, ਕੁਐਸਚਨ ਨੰਬਰ 9, how did Sant Ravidas save the deer family from the hunter? ਸੰਤ ਰਵਿਦਾਸ ਜੀ ਨੇ ਜਿਹੜੀ ਹਿਰਨ ਦੀ ਫੈਮਿਲੀ ਸੀ ਉਹ ਸ਼ਿਕਾਰੀ ਕੋਲੋਂ ਕਿੱਦਾਂ ਬਚਾਈ ਸੀ? ਆਨਸਰ ਕੀ ਆ? ਹੀ ਸਪੋਕ ਟੂ ਦ ਹੰਟਰ ਦੈਟ ਵੀ ਆਲ ਆਰ ਦ ਚਿਲਡਰਨ ਆਫ ਗੋਡ। ਉਹਨਾਂ ਨੇ ਹੰਟਰ ਨੂੰ ਸਮਝਾਇਆ ਅਸੀਂ ਸਾਰੇ ਉਸ ਇੱਕੋ ਪ੍ਰਮਾਤਮਾ ਦੇ ਬੱਚੇ ਹਾਂ। ਦ ਸੇਮ ਡਿਵਾਈਨ ਐਸੈਂਸ ਰਨਸ ਥਰੂ ਆਲ, ਕਹਿੰਦਾ ਸਾਡੇ ਸਾਰਿਆਂ ਦੇ ਵਿੱਚ ਉਸ ਦੈਬੀ ਸ਼ਕਤੀ ਦਾ ਹੀ ਸਾਰ ਤੱਤ ਦੌੜ ਰਿਹਾ। ਦ ਹੰਟਰ ਲਿਸਨ ਟੂ ਸੰਤ ਰਵਿਦਾਸ ਵਿਦ ਰਿਸਪੈਕਟ ਐਂਡ ਲੈਫਟ ਦਾ ਡੀਅਰ ਫੈਮਿਲੀ। ਹੰਟਰ ਨੇ ਜਿਹੜਾ ਸੀ ਸੰਤ ਰਵਿਦਾਸ ਜੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਸੁਣਿਆ ਅਤੇ ਉਹਨਾਂ ਨੇ ਜਿਹੜੀ ਡੀਅਰ ਦੀ ਫੈਮਿਲੀ ਸੀ ਉਹਨੂੰ ਛੱਡਤਾ। ਸੋ ਇਹ ਕੁਐਸਚਨ ਆ, ਇਹਨੂੰ ਤੁਸੀਂ ਇੱਦਾਂ ਯਾਦ ਕਰ ਸਕਦੇ ਹੋ, ਇੱਦਾਂ ਲਿਖ ਦਿਓ। ਤਾਂ ਮੈਂ ਨੀਚੇ ਇੱਕ ਬਾਕਸ ਦੇ ਵਿੱਚ ਵੀ ਇਹਨੂੰ ਤੁਹਾਨੂੰ ਆਨਸਰ ਪ੍ਰੋਵਾਈਡ ਕਰਾਇਆ ਥੋੜ੍ਹਾ ਛੋਟਾ, ਅਗਰ ਤੁਸੀਂ ਉਹ ਕਰਨਾ ਚਾਹੋ। ਇਹ ਵਾਲਾ ਬੇਟਾ, he saved them with his sweet words। ਠੀਕ ਹੈ, ਅਗਰ ਤੁਸੀਂ ਇਹ ਐਡਾ ਵੱਡਾ ਨਹੀਂ ਯਾਦ ਕਰ ਸਕਦੇ ਜਿਹੜੇ ਬੱਚੇ, ਤਾਂ ਉਹ ਇਹ ਵਾਲਾ ਯਾਦ ਕਰ ਲੈਣ। ਓਕੇ, ਕੁਐਸਚਨ ਨੰਬਰ 10 ਬੇਟਾ, what change was seen in the hunter after his contact with ਸੰਤ ਰਵਿਦਾਸ? ਜਦੋਂ ਜਿਹੜਾ ਹੰਟਰ ਸੀਗਾ ਉਹਦੀ ਸੰਤ ਰਵਿਦਾਸ ਜੀ ਦੇ ਟੱਚ ਦੇ ਵਿੱਚ ਆਇਆ ਤਾਂ ਉਹਦੇ ਵਿੱਚ ਕੀ ਚੇਂਜ ਆਇਆ? The hunter's mind was completely changed। ਹੰਟਰ ਦਾ ਜਿਹੜਾ ਦਿਮਾਗ ਸੀ, ਸ਼ਿਕਾਰੀ ਦਾ ਦਿਮਾਗ ਸੀ, ਉਹ ਪੂਰੀ ਤਰ੍ਹਾਂ ਬਦਲ ਗਿਆ। He become a good person। ਉਹ ਇੱਕ ਚੰਗਾ ਆਦਮੀ ਬਣ ਗਿਆ। ਹੁਣ ਦੇਖੋ, ਦੋ ਸੈਂਟੈਂਸ ਯਾਦ ਕਰ ਸਕਦੇ ਹੋ, ਦੋਨੋਂ ਲਿਖੋ। ਅਗਰ ਦੋਨੋਂ ਨਹੀਂ ਕਰ ਸਕਦੇ ਜਿਹੜੇ ਬੱਚੇ, ਤਾਂ ਉਹ ਇੰਨਾ ਵੀ ਲਿਖ ਸਕਦੇ, he become a good person। ਠੀਕ ਹੈ। ਓਕੇ, ਲਾਸਟ ਕੁਐਸਚਨ ਆ ਕੁਐਸਚਨ ਨੰਬਰ 11, what were the main points of ਸੰਤ ਰਵਿਦਾਸ ਟੀਚਿੰਗਸ? ਜਿਹੜੀਆਂ ਸੰਤ ਰਵਿਦਾਸ ਜੀ ਨੇ ਸਿੱਖਿਆਵਾਂ ਦਿੱਤੀਆਂ ਆਪਣੀ ਬਾਣੀ ਦੇ ਵਿੱਚ ਬੇਟਾ, ਉਹਨਾਂ ਦੇ ਵਿੱਚ ਮੇਨ ਪੁਆਇੰਟ ਕਿਹੜੇ ਸੀਗੇ? ਆਲ ਆਰ ਇਕੁਅਲ। ਕਿਹੜੇ ਕਿਹੜੇ ਪੁਆਇੰਟ ਸੀ ਦੇਖੋ, ਨੋਟ ਡਾਊਨ ਕਰੋ। ਹੁਣ ਫਸਟ ਸੀ ਆਲ ਆਰ ਇਕੁਅਲ, ਅਸੀਂ ਸਾਰੇ ਇੱਕ ਸਮਾਨ ਆ। ਆਲ ਡਿਸਟਿੰਕਸ਼ਨਸ ਆਰ ਮੀਨਿੰਗਫੁਲ। ਸਾਰੀਆਂ ਜਿਹੜੀਆਂ ਭਿੰਨਤਾਵਾਂ ਨੇ, ਵੰਡੀਆਂ ਪਾਈਆਂ ਹੋਈਆਂ ਨੇ, ਸਾਰੀਆਂ ਬੇਅਰਥ ਨੇ। ਅਨਟਚੇਬਿਲਿਟੀ ਇਜ਼ ਅ ਸਿਨ। ਅਨਟਚੇਬਿਲਿਟੀ ਮੀਨਸ ਛੂਆ-ਛਾਤ ਪਾਪ ਹੈ। ਸੋ ਇਹ ਤਿੰਨ ਉਹਨਾਂ ਦੀਆਂ ਮੇਨ ਜਿਹੜੀਆਂ ਸਿੱਖਿਆਵਾਂ ਸੀਗੀਆਂ ਬੇਟਾ। ਸੋ ਇਹ ਹੋ ਗਏ ਤੁਹਾਡੇ ਕੁਐਸਚਨ ਆਨਸਰਸ। ਸਾਰੇ ਕੁਐਸਚਨ ਤੁਹਾਨੂੰ ਸਮਝਾ ਦਿੱਤੇ ਨੇ, ਸਾਰੇ ਤੁਸੀਂ ਨੋਟ ਕਰ ਲਏ ਅਤੇ ਹੁਣ ਇਹਨਾਂ ਨੂੰ ਤੁਸੀਂ ਧਿਆਨ ਨਾਲ ਲਰਨ ਕਰ ਲੈਣਾ ਬੇਟਾ। ਓਕੇ, ਐਕਟੀਵਿਟੀ ਨੰਬਰ 4 ਬੇਟਾ, ਵਾਟ ਡੂ ਯੂ ਅੰਡਰਸਟੈਂਡ ਅਬਾਊਟ ਸੰਤ ਰਵਿਦਾਸ ਇਨ ਦ ਲੈਸਨ? ਐਕਟੀਵਿਟੀ 4 ਕੀ ਕਹਿੰਦੀ ਹੈ? ਕਹਿੰਦੇ ਤੁਸੀਂ ਲੈਸਨ ਦੇ ਵਿੱਚ ਸੰਤ ਰਵਿਦਾਸ ਜੀ ਬਾਰੇ ਕੀ ਸਮਝਿਆ? ਰਾਈਟ 3 or 4 sentences on ਸੰਤ ਰਵਿਦਾਸ। 3 ਜਾਂ 4 ਸੈਂਟੈਂਸ ਤੁਸੀਂ ਉਹਨਾਂ ਬਾਰੇ ਲਿਖੋ। ਸੋ ਮੈਂ ਤੁਹਾਡੇ ਲਈ ਲਿਖਤੇ ਨੇ, ਤੁਸੀਂ ਇਹਦੇ ਵਿੱਚ ਹੋਰ ਐਡ ਕਰਨਾ ਚਾਹੋ ਹੋਰ ਵੀ ਐਡ ਕਰ ਸਕਦੇ ਹੋ ਬੇਟਾ। ਫਸਟ, ਰਵਿਦਾਸ ਜੀ ਵਾਜ਼ ਅ ਟਰੂ ਸੈਂਟ। ਸੰਤ ਰਵਿਦਾਸ ਜੀ ਸੱਚਮੁੱਚ ਇੱਕ ਮਹਾਨ ਸੱਚੇ ਜਾਂ ਸੰਤ ਸੀ। ਹੀ ਵਾਜ਼ ਆ ਰਿਫੋਰਮਰ। ਉਹ ਇੱਕ ਬਹੁਤ ਵੱਡੇ ਸੁਧਾਰਕ ਸੀ। ਉਹਨਾਂ ਨੇ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਸੁਧਾਰ ਲਿਆਉਣ ਲਈ ਸਿੱਖਿਆਵਾਂ ਦਿੱਤੀਆਂ ਨਾ, ਬਾਣੀ ਲਿਖੀ। ਓਕੇ, ਥਰਡ, ਹੀ ਬਰਾਊਟ ਹੋਪ ਫॉर ਦ ਪੂਅਰ ਐਂਡ ਬੈਕਵਰਡਸ। ਉਹ ਗਰੀਬ ਅਤੇ ਜਿਹੜੇ ਪਿਛੜੇ ਹੋਏ ਲੋਕ ਸੀ ਉਹਨਾਂ ਲਈ ਇੱਕ ਆਸ ਦੀ ਕਿਰਨ ਸਨ। ਹੀ ਲੈਡ ਅ ਹੰਬਲ ਸਪਿਰਿਚੁਅਲ ਲਾਈਫ। ਉਹ ਇੱਕ ਬਹੁਤ ਹੀ ਨਿਮਰ ਅਧਿਆਤਮਕ ਲਾਈਫ ਨੂੰ ਜਿਉਂ ਰਹੇ ਸੀ ਜਾਂ ਉਹਦੀ ਅਗਵਾਈ ਕਰ ਰਹੇ ਸੀ। ਹੀ ਵਾਜ਼ ਅ ਗ੍ਰੇਟ ਸੋਲ। ਇੱਕ ਮਹਾਨ ਆਤਮਾ ਸੀ। ਉਹ ਇੱਕ ਮਹਾਨ ਆਤਮਾ ਸੀ। ਸੋ ਇਹ ਹੋ ਗਏ ਤੁਹਾਡੀ ਐਕਟੀਵਿਟੀ ਨੰਬਰ 4। ਤੁਸੀਂ ਲੈਸਨ ਰੀਡ ਕੀਤਾ, ਉਹਦੇ ਬੇਸ 'ਤੇ ਤੁਸੀਂ ਬੇਟਾ ਹੋਰ ਸੈਂਟੈਂਸਿਸ ਵੀ ਇੱਥੇ ਐਡ ਆਨ ਕਰ ਸਕਦੇ ਹੋ। ਠੀਕ ਹੈ। ਸੋ ਇਹ ਹੋ ਗਈ ਤੁਹਾਡੀ ਐਕਟੀਵਿਟੀ ਨੰਬਰ 4।
ਸੋ ਦੈਟਸ ਆਲ ਫॉर ਟੂਡੇ। ਇਹਨੂੰ ਸਾਰੇ ਨੂੰ ਨੋਟ ਡਾਊਨ ਕਰੋ ਆਪਣੀ ਨੋਟਬੁੱਕਸ ਤੇ ਕਰੋ ਲਰਨ। ਮੈਂ ਤੁਹਾਡੇ ਨਾਲ ਅਗਲੀ ਵੀਡੀਓਜ਼ ਮਿਲਦੀ ਹਾਂ ਅਗਲੀ ਐਕਟੀਵਿਟੀਜ਼ ਲੈ ਕੇ। ਬਾਏ ਬਾਏ।